ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਹੀਦਾਂ ਦੇ ਸਰਤਾਜ, ਬਾਣੀ ਦੇ ਬੋਹਿਤ, ਸ਼ਾਂਤੀ ਦੇ ਪੁੰਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਪੁਰਬ ਜੋ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ 16 ਜੂਨ ਦਾ ਮਨਾਇਆ ਜਾ ਰਿਹਾ ਹੈ। ਅੱਜ ਦੇ ਦਿਨ ਸਾਹਿਬਾਂ ਨੂੰ ਯਾਦ ਕਰਦਿਆਂ ਅੱਜ ਦੀ ਵੀਡੀਓ ਵਿੱਚ ਆਪਾਂ ਵਿਚਾਰ ਕਰਾਂਗੇ ਸਾਹਿਬਾਂ ਦੇ ਜੀਵਨ ਬਾਰੇ, ਸ਼ਹੀਦੀ ਦੇ ਕਾਰਨਾਂ ਬਾਰੇ ਕਿ ਕੀ ਕਾਰਨ ਸਨ ਸਤਿਗੁਰ ਦੀ ਸ਼ਹੀਦੀ ਹੋਈ। ਤੇ ਸਭ ਤੋਂ ਵੱਡੀ ਗੱਲ, ਸੂਰਜ ਪ੍ਰਕਾਸ਼ ਗ੍ਰੰਥ ਜਿਸ ਨੂੰ ਸਿੱਖ ਇਤਿਹਾਸ ਦਾ ਸੋਮਾ ਕਿਹਾ ਗਿਆ ਹੈ, ਕਿਵੇਂ ਹਰ ਸਾਡੀ ਬੁਰਾਈ ਦੀ ਜੜ, ਹਰ ਮਨਮਤ ਦੀ ਜੜ ਕਿਵੇਂ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਲਗਾਈ ਗਈ ਹੈ, ਉਸ 'ਤੇ ਵਿਚਾਰ ਕਰਾਂਗੇ। ਤੇ ਖਾਸ ਗੱਲ ਕਰਾਂਗੇ ਕਿ ਸ਼ਹੀਦੀ ਪੁਰਬ 'ਤੇ ਛਬੀਲ ਕਦੋਂ ਤੇ ਕਿਵੇਂ ਲੱਗਣੀ ਸ਼ੁਰੂ ਹੋਈ, ਸ਼ਹੀਦੀ ਪੁਰਬ ਨਾਲ ਛਬੀਲ ਦਾ ਕੀ ਸੰਬੰਧ ਹੈ। ਸਭ ਤੋਂ ਪਹਿਲਾਂ ਸਤਿਗੁਰਾਂ ਦੇ ਜੀਵਨ ਬਾਰੇ ਵਿਚਾਰ ਕਰਦੇ ਹਾਂ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਜਨਮ 14 ਅਪ੍ਰੈਲ ਸੰਨ 1563 ਈਸਵੀ ਨੂੰ ਗੋਇੰਦਵਾਲ ਸਾਹਿਬ ਵਿਖੇ ਪਿਤਾ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਅਤੇ ਮਾਤਾ ਬੀਬੀ ਭਾਨੀ ਦੇ ਗ੍ਰਹਿ ਵਿਖੇ ਹੋਇਆ। ਨਾਨਾ ਜੀ ਤੀਸਰੀ ਪਾਤਸ਼ਾਹੀ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਸਨ। ਬਚਪਨ ਦੇ 8-9 ਸਾਲ ਆਪਣੇ ਨਾਨਾ ਦੀ ਗੋਦ ਵਿੱਚ ਗੁਰਮਤਿ ਦੀ ਗੁੜਤੀ ਲਈ। ਉਸ ਤੋਂ ਉਪਰੰਤ ਆਪਣੇ ਪਿਤਾ ਦਾ ਸੰਗ ਕੀਤਾ। ਆਪ 3 ਭਰਾਵਾਂ ਵਿੱਚੋਂ ਸਭ ਤੋਂ ਛੋਟੇ ਸਨ। ਵੱਡੇ ਪ੍ਰਿਥੀ ਚੰਦ ਸੀ, ਉਸ ਤੋਂ ਛੋਟੇ ਮਹਾਦੇਵ ਸਨ ਅਤੇ ਸਭ ਤੋਂ ਛੋਟੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਸਨ। ਹਾਲੇ 18 ਸਾਲ ਦੀ ਆਜੂ ਹੋਈ ਤਾਂ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਜੋਤੀ ਜੋਤ ਸਮਾ ਗਏ ਅਤੇ ਸੰਨ 1561 ਈਸਵੀ ਵਿੱਚ ਇਹਨਾਂ ਨੂੰ ਗੁਰੂ ਨਾਨਕ ਦੇ ਘਰ ਦੀ ਜੋ ਬਾਗਡੋਰ ਹੈ, ਸੇਵਾ ਦਾ ਜ਼ੁੰਮਾ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੇ ਬਖਸ਼ਿਸ਼ ਕੀਤਾ। ਸਤਿਗੁਰਾਂ ਨੇ ਆਪਣੇ ਜੀਵਨ ਕਾਲ ਵਿੱਚ ਅਦਭੁਤ ਕੰਮ ਕੀਤੇ। ਕਈ ਨਗਰ ਵਸਾਏ, ਜਿਵੇਂ ਤਰਨ ਤਾਰਨ, ਕਰਤਾਰਪੁਰ ਜਲੰਧਰ ਜ਼ਿਲ੍ਹੇ ਵਿੱਚ, ਸ਼੍ਰੀ ਹਰਗੋਬਿੰਦਪੁਰ ਗੁਰਦਾਸਪੁਰ ਜ਼ਿਲ੍ਹੇ ਵਿੱਚ ਇਹ ਨਗਰ ਵਸਾਏ। ਹਰਿਮੰਦਰ ਸਾਹਿਬ ਬਣਵਾਇਆ, ਦਰਬਾਰ ਸਾਹਿਬ। ਅਤੇ ਸਭ ਤੋਂ ਵੱਡਾ ਕਾਰਜ ਜਿਹੜਾ ਸਤਿਗੁਰਾਂ ਕੀਤਾ ਉਹ ਸੀ, ਹੁਣ ਤੱਕ ਬਾਣੀ ਜਿਹੜੀ ਪੋਥੀਆਂ ਵਿੱਚ ਸੀ ਉਹਨਾਂ ਨੂੰ ਇੱਕ ਜਗ੍ਹਾ ਸੰਕਲਿਤ ਕੀਤਾ, ਸੰਪਾਦਿਤ ਕਰ ਦਿੱਤਾ, ਆਦਿ ਵੀੜ ਦੀ ਤਿਆਰੀ ਕੀਤੀ। ਗੁਰੂ ਘਰ ਦਾ ਜਿਵੇਂ ਮੁੱਢ ਕਦੀਮੀ ਤੋਂ ਇਹ ਕੰਮ ਰਿਹਾ, ਇਹ ਸਮਾਜਿਕ ਧਰਮ ਹੈ। ਇਹ ਕੋਈ ਸੰਨਿਆਸੀ, ਕੋਈ ਜੰਗਲਵਾਸ ਵਾਲਾ, ਘਰ ਬਾਗ ਤਿਆਗਣ ਵਾਲਾ ਧਰਮ ਨਹੀਂ ਹੈ, ਸਗੋਂ ਕਿ ਗ੍ਰਸਤੀ ਧਰਮ। ਅਤੇ ਮੁੱਖ ਮਕਸਦ ਇਸ ਧਰਮ ਦਾ ਹੈ ਕਿ ਚੰਗੇ ਸਮਾਜ ਦੀ ਸਿਰਜਣਾ ਕਰਨਾ, ਬੇਗਮਪੁਰਾ ਸ਼ਹਿਰ ਦੀ ਉਸਾਰੀ ਕਰਨਾ, ਜਿੱਥੇ ਸਾਰੇ ਸੁਖੀ ਸਾਂਦੀ ਪਿਆਰ ਸਤਿਕਾਰ ਨਾਲ ਰਹਿ ਸਕਣ। ਜਦੋਂ ਇਤਿਹਾਸ ਪੜ੍ਹਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਕਿਵੇਂ ਸੰਨ 1597 ਈਸਵੀ ਵਿੱਚ ਪੰਜਾਬ ਵਿੱਚ ਬਹੁਤ ਬੁਰੀ ਜੋ ਹੈ ਭੁੱਖਮਰੀ ਕਾਲ ਪੈ ਗਿਆ। ਅਤੇ ਜਦੋਂ ਖਾਣ ਨੂੰ ਕੁਝ ਨਾ ਮਿਲੇ
ਤਾਂ ਬਿਮਾਰੀਆਂ ਵੀ ਘੇਰਾ ਪਾ ਲੈਂਦੀਆਂ ਨੇ। ਬਹੁਤ ਭਿਆਨਕ ਬਿਮਾਰੀਆਂ ਵੀ ਫੈਲੀਆਂ, ਭੁੱਖ ਨੰਗ ਵੀ ਸੀ। ਗੁਰੂ ਪਾਤਸ਼ਾਹ ਨੇ ਆਪਣਾ ਜਿਹੜਾ ਹੈੱਡਕੁਆਟਰ ਹੈ ਉਹ ਅੰਮ੍ਰਿਤਸਰ ਤੋਂ ਸ਼ਿਫਟ ਕਰਕੇ ਲਾਹੌਰ ਲੈ ਗਏ। ਵੱਡਾ ਸ਼ਹਿਰ ਸੀ, ਸਭ ਤੋਂ ਜ਼ਿਆਦਾ ਤੰਗੀ ਤਰੁਸ਼ੀ ਉੱਥੇ ਹੀ ਸੀ। ਲੋਕਾਂ ਦੀ ਸੇਵਾ ਕੀਤੀ, ਲੋਕਾਂ ਦੀ ਅੰਨ ਦਾਣੇ ਨਾਲ, ਰੋਟੀ ਫੁਲਕੇ ਨਾਲ, ਦਵਾ ਦਾਰੂ ਨਾਲ, ਹਰ ਤਰ੍ਹਾਂ ਨਾਲ ਬਿਮਾਰਾਂ ਦੀ ਦੇਖਭਾਲ ਕੀਤੀ। ਗੁਰੂ ਸਾਹਿਬ ਇਤਨੇ ਪ੍ਰਸਿੱਧ ਹੋ ਗਏ ਕਿ ਹਰ ਧਰਮ ਦੇ ਆਗੂ ਨੂੰ, ਹਰ ਰਾਜਨੀਤਿਕ ਨੂੰ, ਰਾਜਿਆਂ ਨੂੰ ਇਹ ਖਤਰਾ ਭਾਸਣ ਲੱਗਾ ਕਿ ਹਰ ਇੱਕ ਬੰਦੇ ਦੀ ਜ਼ੁਬਾਨ 'ਤੇ ਗੁਰੂ ਅਰਜਨ ਦੇਵ ਜੀ ਦਾ ਨਾਮ ਹੈ। ਰਾਜੇ ਦਾ ਨਾਮ ਕੋਈ ਨਹੀਂ ਲੈਂਦਾ, ਹੋਰ ਕਿਸੇ ਧਾਰਮਿਕ ਆਗੂ ਦਾ ਨਾਂ ਕੋਈ ਨਹੀਂ ਲੈਂਦਾ। ਹਰ ਕੋਈ ਗੁਰੂ ਨਾਨਕ ਦੇ ਘਰ ਦੀ ਗੱਦੀ ਦੇ ਮਾਲਕ ਪੰਚਮ ਪਾਤਸ਼ਾਹ ਦੇ ਨਾਂ ਜਪ ਰਹੇ ਨੇ। ਇਤਨੇ ਪਰਪਕਾਰ ਕੀਤੇ। ਕਹਿੰਦੇ ਹਨ ਜਿੱਥੇ ਸੱਚ ਆ ਜਾਵੇ ਤੇ ਸੱਚ ਦੇ ਵਿਰੋਧ ਕਰਨ ਵਾਲੇ ਵੀ ਬਹੁਤ ਹੁੰਦੇ ਹਨ। ਇਹ ਮੁੱਢ ਕਦੀਮਾਂ ਤੋਂ ਤੁਸੀਂ ਪੂਰੇ ਸੰਸਾਰ ਦਾ ਇਤਿਹਾਸ ਪੜ੍ਹ ਲਓ। ਜਦੋਂ ਕੋਈ ਸੱਚ ਬਿਆਨੀ ਕਰਦਾ ਹੈ ਤਾਂ ਉਸ ਦਾ ਵਿਰੋਧ ਕਰਨ ਵਾਲੇ ਸਾਰੇ ਇਕੱਠੇ ਹੋ ਜਾਂਦੇ ਆ। ਉਹ ਵਿਰੋਧ ਕਰਨ ਵਾਲਿਆਂ ਵਿੱਚ ਸਭ ਤੋਂ ਅੱਗੇ ਕੌਣ ਹੁੰਦਾ ਹੈ? ਜਿਨ੍ਹਾਂ ਨੇ ਧਾਰਮਿਕ ਲਿਬਾਸ ਪਾਏ ਹੁੰਦੇ ਆ, ਜਿਹੜੇ ਆਪਣੇ ਆਪ ਨੂੰ ਬਹੁਤ ਵੱਡੇ ਧਾਰਮਿਕ ਮੰਨਦੇ ਨੇ, ਉਹ ਕਿਸੇ ਧਰਮ ਦੇ ਵੀ ਹੋਣ। ਪੰਚਮ ਪਾਤਸ਼ਾਹ ਦੇ ਟਾਈਮ ਵੀ ਅਜਿਹਾ ਹੀ ਹੋਇਆ, ਕਿਉਂਕਿ ਸੰਨ 1605 ਈਸਵੀ ਵਿੱਚ ਅਕਬਰ ਉਸ ਦੀ ਮੌਤ ਹੋ ਗਈ। ਉਸ ਦਾ ਪੁੱਤਰ ਜਹਾਂਗੀਰ ਰਾਜਗੱਦੀ 'ਤੇ ਬੈਠਾ। ਰਾਜਗੱਦੀ 'ਤੇ ਬੈਠਾ ਇਸ ਲਈ ਸੀ, ਇਸ ਵਾਅਦੇ ਨਾਲ ਆਪਣੇ ਧਾਰਮਿਕ ਕੱਟੜਪੰਥੀਆਂ ਦੇ ਕੋਲੇ ਵਾਅਦਾ ਕੀਤਾ ਸੀ ਕਿ ਉਹ ਜੇ ਰਾਜਗੱਦੀ 'ਤੇ ਬੈਠੇਗਾ ਤੇ ਮੁਸਲਿਮ ਧਰਮ ਦਾ, ਇਸਲਾਮ ਦਾ ਬਹੁਤ ਫੈਲਾਅ ਕਰੇਗਾ। ਤੋ ਇਸ ਨੂੰ ਮੱਦੇਨਜ਼ਰ ਇੱਧਰ ਪਹਿਲਾਂ ਤਾਂ ਹਿੰਦੂਆਂ ਵਿੱਚੋਂ ਇਹ ਮੁਸਲਮਾਨ ਬਣਾਉਂਦੇ ਸਨ, ਕਿਉਂਕਿ ਹਿੰਦੂ ਧਰਮ ਵਿੱਚ ਬਹੁਤ ਸਾਰੀਆਂ ਕੁਰੀਤੀਆਂ ਆ ਚੁੱਕੀਆਂ ਸਨ। ਊਚ ਨੀਚ ਸੀ, ਵਰਨ ਆਸ਼ਰਮ ਸੀ, ਹੋਰ ਬਹੁਤ ਤਰ੍ਹਾਂ ਦੇ ਵਿੱਚ ਗਰੁੱਪ ਬਣੇ ਹੋਏ ਸਨ। ਕੋਈ ਕਿਸੇ ਨੂੰ ਪੂਜਦਾ ਸੀ, ਕੋਈ ਕਿਸੇ ਨੂੰ ਮੰਨਦਾ ਸੀ। ਆਪਸ ਵਿੱਚ ਪਿਆਰ ਸਤਿਕਾਰ ਨਹੀਂ ਸੀ, ਇੱਕ ਦੂਜੇ ਨਾਲ ਨਫ਼ਰਤ ਕਰਦੇ ਸੀ। ਔਰਤ ਨੂੰ ਵੀ ਸ਼ੂਦਰ ਕਿਹਾ ਜਾਂਦਾ ਸੀ। ਭਾਵ ਬਹੁਤ ਸਾਰੀਆਂ ਕੁਰੀਤੀਆਂ ਹੋਣ ਕਰਕੇ ਜਦੋਂ ਉਹ ਇਸਲਾਮ ਦਾ ਪ੍ਰਚਾਰ ਕਰਦੇ ਸੀ ਤੇ ਲੋਕੀ ਆਸਾਨੀ ਨਾਲ ਇਸਲਾਮ ਧਰਮ ਨੂੰ ਕਬੂਲ ਕਰ ਲੈਂਦੇ ਸੀ। ਜਦੋਂ ਲੋਕਾਂ ਨੂੰ ਇੱਕ ਹੋਰ ਆਪਸ਼ਨ ਮਿਲ ਗਿਆ ਇਸਲਾਮ ਤੋਂ ਵੀ ਵਧੀਆ, ਜਿਹੜਾ ਸੰਗਤ ਤੇ ਪੰਗਤ ਦੇ ਵਿਧਾਨ ਵਾਲਾ ਧਰਮ ਮਿਲ ਗਿਆ, ਜਿੱਥੇ ਪੂਰੀ ਇੱਜ਼ਤ ਮਾਣ ਮਿਲਦੀ ਸੀ, ਲੋਕਾਂ ਨੇ, ਹਿੰਦੂਆਂ ਨੇ ਇਸਲਾਮ ਧਰਮ ਵੱਲ ਪਾਸੇ ਨਾ ਜਾ ਕੇ ਸਿੱਖ ਧਰਮ ਅਖਤਿਆਰ ਕਰਨਾ ਸ਼ੁਰੂ ਕਰ ਦਿੱਤਾ। ਇੱਥੇ ਹੀ ਵਸ ਨੇ ਬਹੁਤ ਸਾਰੇ ਜੋ ਮੁਸਲਮਾਨ ਸਨ, ਜਦੋਂ ਉਹਨਾਂ ਨੇ ਗੁਰੂ ਮਹਾਰਾਜ ਦੀ ਸਿੱਖਿਆ ਸੁਣੀ, ਗੁਰੂ ਨਾਨਕ ਦੇ ਘਰ ਦੀ ਵਡਿਆਈ ਸੁਣੀ, ਉਹ ਵੀ ਵਾਪਸ ਸਿੱਖ ਧਰਮ ਵੱਲ ਆਉਣ ਲੱਗ ਗਏ। ਇਹ ਸਭ ਕੁਝ ਦੇਖ ਕੇ ਜੋ ਮਲਾਣੇ ਸਨ ਉਹਨਾਂ ਨੂੰ ਬਹੁਤ ਗੁੱਸਾ ਚੜ੍ਹਿਆ ਕਿ ਅਸੀਂ ਤਾਂ ਸਾਰੇ ਸੰਸਾਰ ਨੂੰ, ਕਿਉਂਕਿ ਉਹਨਾਂ ਦੀ ਨਜ਼ਰ ਵਿੱਚ ਮੁਸਲਮਾਨਾਂ ਤੋਂ ਇਲਾਵਾ ਸਾਰੇ ਕਾਫਰ ਹਨ। ਉਹ ਕੋਈ ਵੀ ਹੋਵੇ, ਜਿਹੜਾ ਅੱਲਾ ਨੂੰ, ਇਸਲਾਮ ਨੂੰ ਨਹੀਂ ਮੰਨਦਾ, ਉਹ ਕਾਫਰ ਹੈ। ਅਤੇ ਇਸ ਕਰਕੇ ਉਹਨਾਂ ਨੂੰ ਇਹ ਬਹੁਤ ਵੱਡਾ ਝਟਕਾ ਲੱਗਾ। ਉੱਧਰ ਜਹਾਂਗੀਰ ਰਾਜ 'ਤੇ ਬੈਠ ਗਿਆ। ਖੁਸਰੋ ਉਹਦਾ ਭਰਾ ਵੱਡਾ ਜੋ ਸੀ, ਉਸਨੇ ਬਗਾਵਤ ਕੀਤੀ, ਪਰ ਜਹਾਂਗੀਰ ਨੇ ਉਹ ਬਗਾਵਤ ਦਬਾ ਦਿੱਤੀ। ਉਸ ਨੂੰ ਕੈਦ ਕਰ ਲਿਆ, ਕੈਦ ਕਰਕੇ ਉਸ ਨੂੰ ਮਾਰ ਦਿੱਤਾ ਗਿਆ। ਇਸ ਤਰ੍ਹਾਂ ਜਦੋਂ ਸਾਰੇ ਉੱਧਰ ਮੁਸਲਮਾਨ ਦੇ ਜਿਹੜੇ ਧਾਰਮਿਕ ਆਗੂ ਸਨ ਉਹ ਸਿੱਖ ਧਰਮ ਦੇ ਵਿਰੋਧੀ ਸਨ, ਇੱਧਰ ਜਿਹੜੇ ਪੰਡਿਤ ਸਨ, ਉੱਚ ਜਾਤੀਏ ਲੋਕ ਸਨ, ਇਹ ਵੀ ਗੁਰੂ ਨਾਨਕ ਦੇ ਧਰਮ ਦੇ ਵਿਰੋਧੀ ਸਨ। ਇਹਨਾਂ ਦਾ ਵਿਰੋਧ ਦਾ ਕਾਰਨ ਇਹ ਸੀ ਕਿ ਇਹਨਾਂ ਦੀ ਇੱਜ਼ਤ, ਇਹਨਾਂ ਦੀ ਜੋ ਦਾਨ ਦਕਸ਼ਣਾ, ਉਹ ਇਸੇ 'ਤੇ ਆਧਾਰਿਤ ਸੀ ਕਿ ਜਿਹੜਾ ਸਮਾਜ ਹੈ ਉਹ ਵਰਨ ਆਸ਼ਰਮ ਵਿੱਚ ਵੰਡਿਆ ਰਹੇ। ਇੱਥੇ ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ 4 ਸ਼੍ਰੇਣੀਆਂ ਵਿੱਚ ਵੰਡਿਆ ਰਹੇ, ਤਾਂ ਹੀ ਇਹਨਾਂ ਦੀ ਇੱਜ਼ਤ ਸੀ। ਪਰ ਗੁਰੂ ਨਾਨਕ ਸਾਰਿਆਂ ਨੂੰ ਇੱਕ ਪੰਗਤ ਵਿੱਚ ਬਿਠਾਉਂਦਾ ਸੀ। ਗੁਰੂ ਨਾਨਕ ਦੇ ਘਰ ਵਿੱਚ ਸਾਰਿਆਂ ਦੀ ਬਰਾਬਰ ਇੱਜ਼ਤ ਸੀ, ਸਾਰਿਆਂ ਨੂੰ ਬਰਾਬਰ ਸਮਝਿਆ ਜਾਂਦਾ ਸੀ। ਇਸ ਕਰਕੇ ਇਹ ਵੀ ਔਖੇ ਸਨ। ਉੱਧਰ ਜੋ ਮੁਸਲਮਾਨਾਂ ਵਾਲੇ ਪਾਸੇ ਸ਼ੇਖ ਅਹਿਮਦ ਸਰਹੰਦੀ
ਜਿਹੜਾ ਧਾਰਮਿਕ ਆਗੂ ਸੀ ਤੇ ਜਿਹੜਾ ਰਾਜਨੀਤਿਕ ਜੋ ਫੌਜੀ ਕਮਾਂਡਰ ਸੀ ਜਹਾਂਗੀਰ ਦਾ, ਉਹ ਸੀਗਾ ਸ਼ੇਖ ਬੁਖਾਰੀ, ਸ਼ੇਖ ਬੁਖਾਰੀ ਜੋ ਹੈ ਸ਼ੇਖ ਫਰੀਦ ਬੁਖਾਰੀ, ਉਹ ਉਹਨਾਂ ਦਾ ਜਰਨੈਲ ਸੀ। ਇਹਨਾਂ ਦੋਨਾਂ ਦੀ ਆਪਸ ਵਿੱਚ ਸਾਂਠ ਗਾਂਠ ਸੀ। ਇਹ ਸਾਰੇ ਹੀ ਗੁਰੂ ਅਰਜਨ ਦੇਵ ਜੀ ਦੇ ਵਿਰੋਧੀ ਸਨ। ਇਸਲਾਮ ਵਾਲਿਆਂ ਨੇ ਇੱਕ ਨਵਾਂ ਕੰਮ ਸ਼ੁਰੂ ਕੀਤਾ। ਉਹਨਾਂ ਨੇ ਕੀ ਕੀਤਾ, ਇੱਕ ਸਖੀ ਸਰਵਰੀਏ, ਇੱਕ ਨਵੀਂ ਬ੍ਰਾਂਚ ਸ਼ੁਰੂ ਕੀਤੀ। ਉਹ ਬ੍ਰਾਂਚ ਦਾ ਕੰਮ ਕੀ ਸੀ, ਸਿੱਧਾ ਇਹ ਹਿੰਦੂਆਂ ਨੂੰ ਮੁਸਲਮਾਨ ਨਹੀਂ ਬਣਾਉਂਦੇ ਸਨ। ਪਹਿਲਾਂ ਉਹਨਾਂ ਨੂੰ ਇਸਲਾਮ ਬਾਰੇ ਮਾਈਲਡਲੀ ਹਲਕੀ ਜਿਹੀ ਸਿੱਖਿਆ ਦਿੰਦੇ ਸਨ। ਉਹ ਕਹਿੰਦੇ ਸਨ ਕਿ ਵੀਰਵਾਰ ਨੂੰ ਰੋਟ ਚੜ੍ਹਾ ਦਿਓ, ਜੁਮੇ ਦੀ ਨਮਾਜ਼ ਕਰੋ, ਤੁਸੀਂ ਦੇਵੀ ਦਾ ਜਗਰਾਤਾ ਵੀ ਕਰ ਲਓ, ਦੇਵੀ ਦੇਵਤਿਆਂ ਨੂੰ ਪੂਜੀ ਜਾਓ, ਆਪਣੇ ਸ਼ਰਾਧ ਵੀ ਕਰੋ, ਜਨੇਊ ਵੀ ਪਾ ਲਓ, ਪਰ ਤੁਸੀਂ ਵੀਰਵਾਰ ਨੂੰ ਰੋਟ ਚੜ੍ਹਾ ਦਿਓ, ਜੁਮੇ ਦੀ ਨਮਾਜ਼ ਅਦਾ ਕਰੋ ਔਰ ਤੁਹਾਡੇ 'ਤੇ ਸਭ ਮਿਹਰ ਹੋਏਗੀ, ਬਖਸ਼ਿਸ਼ ਹੋਏਗੀ। ਅਤੇ ਲੋਕਾਂ ਨੂੰ ਜਿਵੇਂ ਸੁਭਾਵਿਕ ਹੈ, ਉਹਨਾਂ ਦਾ ਰਾਜ ਵੀ ਹੈ, ਉਹਨਾਂ ਨਾਲ ਜੁੜ ਕੇ ਬਹੁਤ ਰਾਜਨੀਤਿਕ ਫਾਇਦੇ ਵੀ ਨੇ। ਹੌਲੀ ਹੌਲੀ ਲੋਕ ਆਪਣਾ ਕੰਮ ਵੀ ਕਰਦੇ ਰਹੇ, ਇਸਲਾਮ ਨੂੰ ਵੀ ਉਹ ਮੰਨਦੇ ਰਹੇ। ਜਦੋਂ ਕੋਈ 50% ਤੋਂ ਉੱਤੇ ਇਸਲਾਮ ਵਾਲੇ ਪਾਸੇ ਜਾਂਦਾ ਸੀ, ਫਿਰ ਉਸ ਨੂੰ ਸ਼ਰ੍ਹਾ ਵਿੱਚ ਲੈ ਆਉਂਦੇ ਸਨ। ਇਸੇ ਨੂੰ ਰੋਕਣ ਲਈ ਪੰਜਵੇਂ ਪਾਤਸ਼ਾਹ ਨੇ ਜੋ ਤਰਨ ਤਾਰਨ ਵਾਲਾ ਜੋ ਪ੍ਰਚਾਰ ਸੈਂਟਰ ਹੈ, ਕਿਉਂਕਿ ਸ਼ੇਖ ਫਤਿਹ ਦੀ ਜਿਹੜੀ ਦਰਗਾਹ ਸੀ ਉਹ ਤਰਨ ਤਾਰਨ ਦੇ ਨੇੜੇ ਹੀ ਬਣੀ ਹੋਈ ਸੀ, ਅਤੇ ਇਸ ਕਰਕੇ ਸਤਿਗੁਰਾਂ ਨੇ ਉਸ ਨੂੰ ਰੋਕਣ ਵਾਸਤੇ ਹੀ ਉਹਨਾਂ ਨੇ ਆਪਣਾ ਜਿਹੜਾ ਪ੍ਰਚਾਰ ਸੈਂਟਰ ਹੈ ਉਹ ਇਸ ਪਾਸੇ ਉਹ ਲੈ ਕੇ ਗਏ ਸੀ। ਪੱਖੋਂ ਕਿ ਪਿੰਡ ਪੈਂਦਾ ਹੈ ਤਰਨ ਤਾਰਨ ਦੇ ਨੇੜੇ, ਉੱਥੇ ਸ਼ੇਖ ਫਤਿਹ ਦਾ ਜੋ ਦਰਗਾਹ ਸੀ ਉਹੀ ਸੈਂਟਰ ਸੀਗਾ ਸਖੀ ਸਰਵਰੀਆਂ ਦਾ। ਇਹਨਾਂ ਦਾ ਪ੍ਰਚਾਰ ਇੰਨਾ ਜ਼ਿਆਦਾ ਸੀ ਕਿ ਪੰਜਾਬ ਦਾ ਸ਼ਾਇਦ ਹੀ ਕੋਈ ਪਿੰਡ ਬਚਿਆ ਹੋਵੇ ਜਿੱਥੇ ਸਖੀ ਸਰਵਰੀ ਦੇ ਚੇਲੇ ਨਹੀਂ ਸਨ। ਇਹ ਸਾਡੇ ਪਿੰਡ ਦੁਆਬੇ ਵਿੱਚ ਵੀ ਸਖੀ ਸਰਵਰੀਆਂ ਦੇ ਮੰਨਣ ਵਾਲੇ ਲੋਕ ਸਨ। ਉਹਨਾਂ ਦੀ ਮੱਟੀ ਵੀ ਬਣਾਈ ਹੋਈ, ਮਸੀਤ ਟਾਈਪ ਵੀ ਬਣਾਈ ਹੋਈ, ਛੋਟਾ ਜਿਹਾ ਜਗ੍ਹਾ ਸਖੀ ਸਰਵਰੀਆਂ ਦਾ। ਭਾਵ ਇੰਨਾ ਜ਼ਿਆਦਾ ਉਹਨਾਂ ਦਾ ਪ੍ਰਚਾਰ ਸੀ, ਕੋਈ ਪਿੰਡ ਨਹੀਂ ਸੀ ਬਚਿਆ। ਸੋ ਜਦੋਂ ਗੁਰਮਤਿ ਦਾ ਪ੍ਰਚਾਰ ਹੋਣ ਲੱਗਾ ਤਾਂ ਇਹਨਾਂ ਦੀ ਜਿਹੜੀ ਗਿਣਤੀ ਆ, ਇਹਨਾਂ ਵੱਲ ਲੋਕੀ ਜਾਣੇ ਘਟ ਗਏ। ਇਸ ਕਰਕੇ ਬਹੁਤ ਸਾਰੇ ਇਲਜ਼ਾਮ ਤਰਾਸ਼ੀ ਹੋਣ ਲੱਗੀ। ਜੋ ਪੰਡਤਾਂ ਦਾ, ਵਾਮਨਾਂ ਦਾ ਜੋ ਮੇਨ ਸੈਂਟਰ ਵਿੱਚ ਬੰਦਾ ਸੀ ਮਹੇਸ਼ ਦਾਸ, ਜਿਸ ਦਾ ਨਾਂ ਦੂਜਾ ਨਾਂ ਬੀਰਬਲ ਵੀ ਹੈ, ਉਹਦੇ ਰਾਹੀਂ ਇਹ ਰਾਜੇ ਕੋਲ ਸਿੱਖ ਧਰਮ ਦੇ ਵਿਰੁੱਧ ਪਹਿਲਾਂ ਅਕਬਰ ਕੋਲ ਕੰਨ ਭਰਦੇ ਸਨ। ਉਹਦੀ ਫਿਰ ਡੈਥ ਹੋ ਗਈ। ਉਦੋਂ ਬਾਅਦ ਵੀ ਇਹਨਾਂ ਦਾ ਉੱਥੇ ਲਿੰਕ ਬਣਿਆ ਰਿਹਾ। ਇਹ ਉੱਥੇ ਉਹਦੇ ਕੰਨ ਭਰਦੇ ਸਨ, ਜਹਾਂਗੀਰ ਦੇ ਸਿੱਖ ਧਰਮ ਦੇ ਵਿਰੁੱਧ ਬੋਲਦੇ ਸਨ। ਇੱਧਰ ਮੁਸਲਮਾਨ ਧਾਰਮਿਕ ਆਗੂ ਹੋ ਗਏ, ਉੱਧਰ ਹਿੰਦੂਆਂ ਦੇ ਧਾਰਮਿਕ ਆਗੂ ਹੋ ਗਏ। ਇੱਧਰ ਘਰ ਦੇ ਵਿੱਚੋਂ ਪ੍ਰਿਥੀ ਚੰਦ ਜੋ ਸਤਿਗੁਰੂ ਦਾ ਵੱਡਾ ਭਰਾ ਸੀ, ਉਹ ਰਾਜ ਗੱਦੀ ਚਾਹੁੰਦਾ ਸੀ, ਗੁਰੂ ਨਾਨਕ ਪਾਤਸ਼ਾਹ ਦੀ ਗੱਦੀ 'ਤੇ ਬੈਠਣਾ ਚਾਹੁੰਦਾ ਸੀ। ਵੱਡਾ ਸੀ ਪਰ ਗੁਣ ਨਹੀਂ ਸਨ, ਉਹਨੂੰ ਨਹੀਂ ਮਿਲੀ ਸੀ। ਉਹ ਵੀ ਵਿਰੋਧੀ ਸੀ। ਉਹ ਵੀ ਸਰਕਾਰ ਦਰਬਾਰ ਦੇ ਨਾਲ ਸਾਂਠ ਗਾਂਠ ਕਰਕੇ ਗੁਰੂ ਪੰਚਮ ਪਾਤਸ਼ਾਹ ਜੀ ਨੂੰ ਖਤਮ ਕਰਨਾ ਚਾਹੁੰਦਾ ਸੀ। ਇੱਕ ਪਾਸਿਓਂ ਨਹੀਂ, ਬਹੁਤ ਪਾਸਿਓਂ ਗੁਰੂ ਸਾਹਿਬ ਦਾ ਵਿਰੋਧ ਸੀ। ਫਿਰ ਜਦੋਂ ਗੁਰੂ ਪਾਤਸ਼ਾਹ ਨੇ ਇਹ ਜੋ ਬੀੜ ਦੀ ਰਚਨਾ ਸ਼ੁਰੂ ਕੀਤੀ, ਆਦਿ ਬੀੜ ਦੀ, ਅਤੇ ਉਦੋਂ ਬਹੁਤ ਸਾਰੇ 4 ਵੱਡੇ ਜਿਹੜੇ ਲਾਹੌਰ ਦੇ ਵਿੱਚ ਰਹਿਣ ਵਾਲੇ ਸਨ, ਜੋ ਆਪਣੇ ਆਪ ਨੂੰ ਭਗਤ ਕਹਾਉਂਦੇ ਸਨ, ਉਹ 4 ਭਗਤ ਜਿਹੜੇ ਆ ਛੱਜੂ, ਕਾਨਾ, ਪੀਲੋ, ਸ਼ਾਹ ਹੁਸੈਨ, ਇਹ ਚਾਰੋਂ ਭਗਤ ਜਿਹੜੇ ਆ ਇਹ ਵੀ ਅੰਮ੍ਰਿਤਸਰ ਆਏ। ਗੁਰੂ ਪਾਤਸ਼ਾਹ ਦੇ ਕੋਲ ਆਪਣੀ ਜੋ ਕਵਿਤਾ ਨੂੰ ਦਰਜ ਕਰਾਉਣਾ ਚਾਹੁੰਦੇ ਸਨ, ਪਰ ਉਹਨਾਂ ਦੀ ਕਵਿਤਾ ਕਿਸੇ ਦੀ ਆਪਣੀ ਵਡਿਆਈ ਲਿਖੀ ਹੋਈ ਸੀ, ਕਿਸੇ ਦੀ ਔਰਤ ਜਾਤੀ ਦੇ ਵਿਰੁੱਧ ਲਿਖੀ ਹੋਈ ਸੀ, ਕਿਸੇ ਦੀ ਜੋ ਗ੍ਰਸਥ ਜੀਵਨ ਦੇ ਵਿਰੁੱਧ ਲਿਖੀ ਹੋਈ ਸੀ। ਗੁਰੂ ਪਾਤਸ਼ਾਹ ਨੇ ਕਿਹਾ ਇੱਥੇ ਉਹੀ ਬਾਣੀ ਦਰਜ ਹੋ ਸਕਦੀ ਆ ਜਿਹੜੀ ਆਦਿ ਸੱਚ ਹੋਵੇ, ਜੁਗਾਦ ਸੱਚ ਹੋਵੇ, ਹੈਪੀ ਸੱਚ ਹੋਵੇ, ਜਿਹੜੀ ਹੋਸੀ ਵੀ ਸੱਚ, ਭਾਵ ਜਿਹੜੀ ਤਿੰਨਾਂ ਕਾਲਾਂ ਵਿੱਚ ਸੱਚੋ ਹੀ ਸੱਚ ਹੋਵੇ, ਜਿਹਨੂੰ ਯੂਨੀਵਰਸਲ ਟਰੁੱਥ ਕਹਿੰਦੇ ਹਨ, ਉਹੀ ਲਿਖੀ ਜਾ ਸਕਦੀ ਹੈ। ਕਿਸੇ ਬੰਦੇ ਦੀ ਉਸਤਤ ਨਹੀਂ ਲਿਖੀ ਜਾ ਸਕਦੀ। ਇਹ ਵੀ ਬਹੁਤ ਵਿਰੋਧ ਕੀਤਾ, ਕਿਉਂਕਿ ਕਾਨੇ ਵਰਗਿਆਂ ਦਾ ਸਰਕਾਰੀ ਦਰਬਾਰੇ ਬਹੁਤ ਰੁਤਬਾ ਸੀ। ਇਹ ਵੀ ਗੁਰੂ ਸਾਹਿਬ ਦੇ ਵਿਰੋਧੀ ਹੋ ਗਏ। ਭਾਵ 4 ਸਫੇਰਿਓਂ ਸਿੱਖ ਧਰਮ ਦਾ ਜੋ ਗੁਰੂ ਪੰਚਮ ਪਾਤਸ਼ਾਹ ਦਾ ਜੋ ਵਿਰੋਧ ਸ਼ੁਰੂ ਹੋ ਗਿਆ। ਆਖਰ
ਜਹਾਂਗੀਰ ਨੂੰ ਚੁੱਕ ਚੁਕਾ ਕੇ ਖੁਸਰੋ ਨੂੰ ਇਹ ਕਿਹਾ ਗਿਆ ਕਿ ਖੁਸਰੋ ਜਦੋਂ ਬਿਆਸ ਨਦੀ ਤੋਂ ਪਾਰ ਹੋਇਆ ਤੇ ਇਸ ਨੂੰ ਪੰਚਮ ਪਾਤਸ਼ਾਹ ਨੇ ਗੋਇੰਦਵਾਲ ਸਾਹਿਬ ਵਿਖੇ ਉਸ ਨੂੰ ਅਸ਼ੀਰਵਾਦ ਦਿੱਤਾ ਵੀ ਤੂੰ ਰਾਜ ਤੈਨੂੰ ਪ੍ਰਾਪਤ ਹੋ ਗਿਆ। ਬਹੁਤ ਕੁਝ ਲਿਖਿਆ, ਤਿਲਕ ਲਾਇਆ, ਜੋ ਕੁਝ ਕੀਤਾ, ਆਸ਼ੀਰਵਾਦ ਦਿੱਤਾ। ਪਰ ਐਸੀ ਕੋਈ ਕਹਾਣੀ ਨਹੀਂ। ਉਸ ਸਮੇਂ ਗੁਰੂ ਪਾਤਸ਼ਾਹ ਉੱਥੇ ਹੈ ਹੀ ਨਹੀਂ ਸਨ, ਉਹ ਕਿਸੇ ਦੂਸਰੀ ਜਗ੍ਹਾ ਸਨ। ਪਰ ਝੂਠੇ ਇਲਜ਼ਾਮ ਲਗਾਉਣੇ ਨੇ। ਉਹਨਾਂ ਇਲਜ਼ਾਮਾਂ ਦੇ ਵਿੱਚ ਸਤਿਗੁਰੂ ਨੂੰ ਫੜ ਕੇ ਤਾਂ ਲਾਹੌਰ ਵਿਖੇ ਲਿਜਾਂਦਾ ਗਿਆ। ਇੱਕ ਹੋਰ ਘਟਨਾ ਜਿਹੜੀ ਹੋਈ ਉਹ ਚੰਦੂ ਸ਼ਾਹ ਜੋ ਅਹਿਲਕਾਰ ਸੀ ਜਹਾਂਗੀਰ ਦਾ, ਕਿਉਂਕਿ ਮੁਸਲਮਾਨਾਂ ਦੇ ਦਰਬਾਰ ਵਿੱਚ ਵੀ ਜਿਹੜੇ ਵੱਡੇ ਵੱਡੇ ਲੋਕ ਅਹਿਲਕਾਰ ਉਹ ਹਿੰਦੂ ਧਰਮ ਵਿੱਚੋਂ ਸਨ। ਸੋ ਇਹ ਅਹਿਲਕਾਰ ਇਸ ਨੇ ਆਪਣੀ ਬੇਟੀ ਦਾ ਰਿਸ਼ਤਾ ਗੁਰੂ ਹਰਗੋਬਿੰਦ ਸਾਹਿਬ ਦੇ ਬੇਟੇ ਨਾਲ ਕੀਤਾ ਸੀ। ਅੱਗੇ ਪਹਿਲਾਂ ਰਿਸ਼ਤੇ ਲਾਗੀ ਲੋਕ, ਪੰਡਤ ਲੋਕ ਹੀ ਕਰਿਆ ਕਰਦੇ ਸਨ। ਉਹ ਲੜਕੀ ਲੜਕਾ ਜੋਗ ਦੇਖ ਕੇ ਰਿਸ਼ਤਾ ਓਕੇ ਕਰ ਦਿੰਦੇ ਸਨ। ਅੱਗੇ ਜਾ ਕੇ ਦੱਸ ਦਿੰਦੇ ਸਨ ਕਿ ਰਿਸ਼ਤਾ ਕਰ ਆਏ ਹਾਂ, ਹੋਰ ਵਿਚੋਲਾ ਕੋਈ ਨਹੀਂ ਸੀ ਹੁੰਦਾ। ਤਾਂ ਜਦੋਂ ਇਹਨਾਂ ਦੱਸਿਆ ਕਿ ਅਸੀਂ ਪੰਚਮ ਪਾਤਸ਼ਾਹ ਦੇ ਬੇਟੇ ਗੁਰੂ ਹਰਗੋਬਿੰਦ ਸਾਹਿਬ ਨਾਲ ਵਾਲਕ ਨਾਲ ਰਿਸ਼ਤਾ ਕਰਕੇ ਆਏ ਹਾਂ, ਤਾਂ ਉਹ ਹੰਕਾਰ ਦੇ ਵਿੱਚ ਚੰਦੂ ਕਹਿੰਦਾ ਕਿ ਚਵਾਰੇ ਦੀ ਇੱਟ ਮੋਰੀ ਨੂੰ ਲਾ ਦਿੱਤੀ। ਭਾਵ ਮੈਂ ਐਡੇ ਉੱਚੇ ਰੁਤਬੇ ਦਾ ਮਾਲਕ ਅਤੇ ਤੁਸੀਂ ਉਹ ਸਾਧਾਂ ਦੇ ਡੇਰੇ 'ਚ ਮੇਰੀ ਲੜਕੀ ਦਾ ਰਿਸ਼ਤਾ ਕਰ ਆਏ ਹੋ। ਹੰਕਾਰ ਵਿੱਚ ਇਹਨੇ ਵਚਨ ਤਾਂ ਕਹਿ ਦਿੱਤੇ, ਪਰ ਫਿਰ ਵੀ ਕਿਹਾ ਚੱਲ ਹੋਊ, ਹੁਣ ਜੋ ਕਰ ਆਏ ਠੀਕ ਹੈ। ਇਹ ਜਦੋਂ ਖਬਰ ਦਿੱਲੀ ਦੀਆਂ ਸੰਗਤਾਂ ਨੂੰ ਮਿਲੀ, ਉਹਨਾਂ ਨੇ ਅੱਗੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਵੀ ਇਹ ਬੰਦਾ ਹੰਕਾਰਿਆ ਹੋਇਆ, ਇਹ ਸੰਗਤਾਂ ਨੂੰ ਤੁੱਛ ਜਾਣਦਾ, ਇਹਦੇ ਨਾਲੋਂ ਰਿਸ਼ਤਾ ਤੋੜ ਦਿਓ। ਅਤੇ ਗੁਰੂ ਸਾਹਿਬ ਨੇ ਸੰਗਤਾਂ ਦੇ ਕਹਿਣ 'ਤੇ ਉਹ ਰਿਸ਼ਤਾ ਤੋੜ ਦਿੱਤਾ। ਉਹ ਇਸ ਲਈ ਗੁਰੂ ਘਰ ਦਾ ਵਿਰੋਧੀ ਹੋ ਗਿਆ ਚੰਦੂ। ਕੀ ਕਹਿੰਦੇ ਕਿ ਰਾਜਾ ਕਦੀ ਇਲਜ਼ਾਮ ਕਦੀ ਵੀ ਆਪਣੇ ਸਿਰ ਨਹੀਂ ਲੈਂਦਾ। ਉਸਨੇ ਜੋਗ ਜਾਣਿਆ, ਚੰਦੂ ਨੇ ਵੀ ਸ਼ਿਕਾਇਤ ਕੀਤੀ। ਉਹਨੇ ਕਿਹਾ ਵੀ ਇਹ ਚੰਗਾ ਤਰੀਕਾ ਹੈ, ਅਸੀਂ ਕਿਰੜ ਤੇ ਆਪਣੀ ਕੱਢਣੀ ਹੈ, ਹੁਣ ਚੰਦੂ ਦੇ ਰਾਹੀਂ ਇਹਨਾਂ ਨੂੰ ਖਤਮ ਕਰ ਦੇ। ਉਹਨਾਂ ਨੇ ਇਹਨਾਂ ਨੂੰ ਸਤਿਗੁਰੂ ਜੀ ਨੂੰ ਕੈਦ ਕਰਕੇ ਚੰਦੂ ਦੇ ਹਵਾਲੇ ਕਰ ਦਿੱਤਾ। ਅਸੀਂ ਸਾਰੇ ਜਾਣਦੇ ਹਾਂ ਕਿ ਕਿਵੇਂ ਚੰਦੂ ਨੇ ਗੁਰੂ ਪਾਤਸ਼ਾਹ ਜੀ ਨੂੰ ਤਸੀਹੇ ਦਿੱਤੇ, ਸਿਰ 'ਚ ਤੱਤੀ ਰੇਤ ਪਾਈ, ਤੱਤੀ ਤਵੀ 'ਤੇ ਬਿਠਾਇਆ, ਦੇਗ ਵਿੱਚ ਵਾਲਿਆ ਗਿਆ, ਕੀ ਕੁਛ ਨਹੀਂ ਕੀਤਾ। ਉਹ ਸਾਰੀ ਕਹਾਣੀ ਅਸੀਂ ਹਰ ਵਾਰੀ ਹਰ ਸਾਲ ਸੁਣਦੇ ਹਾਂ। ਅਸਲੀ ਕਾਰਨ ਅਸੀਂ ਅਸਲੀ ਸੱਚ ਨੂੰ ਜਾਣਨਾ, ਬਾਕੀ ਸਾਰੇ ਕਾਰਨ ਐਵੇਂ ਸੀ। ਅਸਲੀ ਕਾਰਨ ਪੰਚਮ ਪਾਤਸ਼ਾਹ ਦੀ ਸ਼ਹੀਦੀ ਦਾ ਜਿਹੜਾ ਸੀ ਉਹ ਇਹ ਸੀ, ਸਤਿਗੁਰਾਂ ਨੇ ਉਸ ਸੱਚ ਨੂੰ ਪ੍ਰਗਟ ਕੀਤਾ ਜਿਹੜਾ ਗੁਰੂ ਨਾਨਕ ਪਾਤਸ਼ਾਹ ਦੇ ਟਾਈਮ ਤੋਂ ਸ਼ੁਰੂ ਹੋਇਆ ਸੀ। ਪ੍ਰਗਟ ਹੀ ਨਹੀਂ ਕੀਤਾ। ਹੁਣ ਤੱਕ ਅਲੱਗ-ਅਲੱਗ ਪੋਥੀਆਂ ਸਨ, ਅਲੱਗ-ਅਲੱਗ ਜਗ੍ਹਾ ਗਿਆਨ ਪਿਆ ਸੀ। ਗੁਰੂ ਸਾਹਿਬ ਨੇ ਉਸ ਪੂਰੇ ਗਿਆਨ ਨੂੰ ਸਿੱਕੇਬੰਦ ਕਰਕੇ, ਸੰਕਲਿਤ ਕਰਕੇ, ਸੰਪਾਦਿਤ ਕਰਕੇ ਉਸ ਨੂੰ ਦਰਬਾਰ ਸਾਹਿਬ ਵਿਖੇ ਉਹਦਾ ਪ੍ਰਕਾਸ਼ ਕਰ ਦਿੱਤਾ। ਕਿਉਂਕਿ ਉੱਦਾਂ ਕੋਈ ਕਿਸੇ ਨੂੰ ਕੋਈ ਵਚਨ ਕਹੇ ਕਿ ਮੈਂ ਆਪਣੀ ਜਾਇਦਾਦ ਫਲਾਣੇ ਦੇ ਨਾਂ ਲਵਾ ਦੇਣੀ, ਫਲਾਣੇ ਦੇ ਨਾਂ ਲਵਾ ਦੇਣੀ, ਅਗਲਾ ਸੋਚਦਾ ਐਵੇਂ ਗੱਲਾਂ ਹੀ ਕਰਦਾ। ਪਰ ਜਦੋਂ ਕੋਈ ਵਸੀਅਤ ਕਰਕੇ ਆ ਜਾਏ ਫਿਰ ਅਸਲੀ ਗੱਲ ਸ਼ੁਰੂ ਹੋ ਜਾਂਦੀ ਵੀ ਹੁਣ ਤਾਂ ਸਾਡੇ ਕੋਲੋਂ ਸਭ ਕੁਝ ਗਿਆ। ਹੁਣ ਤੱਕ ਸਿੱਖੀ ਦਾ ਪ੍ਰਚਾਰ ਹੁੰਦਾ ਸੀ, ਅਲੱਗ-ਅਲੱਗ ਪੋਥੀਆਂ 'ਚ ਗਿਆਨ ਪਿਆ ਸੀ, ਕੋਈ ਜ਼ਿਆਦਾ ਸੀਰੀਅਸ ਨਹੀਂ ਲੈਂਦੇ ਸਨ। ਪਰ ਗੁਰੂ ਪਾਤਸ਼ਾਹ ਨੇ ਉਹ ਮਾਰਕਾ ਮਾਰ ਦਿੱਤਾ ਜਿਹੜੀ ਕਿ ਟਿਕਾਣੇ 'ਤੇ ਚੋਟ ਇੰਨੀ ਜ਼ਬਰਦਸਤ ਸਾਰੇ ਧਰਮ ਦੇ ਠੇਕੇਦਾਰਾਂ ਨੂੰ, ਜਿਨ੍ਹਾਂ ਦੀ ਰੋਜੀ ਰੋਟੀ ਦਾ ਸਾਧਨ ਧਰਮ ਸੀ, ਭਾਵੇਂ ਉਹ ਹਿੰਦੂ ਸੀ ਜਾਂ ਮੁਸਲਮਾਨ ਸੀ। ਜਿਵੇਂ ਅੱਜ ਵੀ ਸਾਡੇ ਸਮਾਜ ਵਿੱਚ ਕੀ ਚੱਲ ਰਿਹਾ, ਜਦੋਂ ਕਿਸੇ ਧਰਮ ਦੇ ਠੇਕੇਦਾਰ, ਧਰਮ ਦਾ ਜਿਹੜਾ ਬੰਦਾ ਰੋਜੀ ਰੋਟੀ ਦਾ ਸਾਧਨ ਧਰਮ ਹੈ, ਉਸ ਦੀ ਰੋਜੀ ਰੋਟੀ ਨੂੰ ਠੇਸ ਪੁੱਜਦੀ ਹੈ, ਉਸੇ ਵੇਲੇ ਉਹ ਝੰਡਾ ਚੁੱਕ ਲੈਂਦਾ ਔਰ ਸੱਚ ਬੋਲਣ ਵਾਲੇ ਦੇ ਵਿਰੁੱਧ ਹੋ ਜਾਂਦਾ। ਇਹ ਹਮੇਸ਼ਾ ਤੋਂ ਆਦਿ ਕਾਲ ਤੋਂ ਚੱਲਦਾ ਆਇਆ। ਸੱਚ ਬੋਲਣਾ ਇਵੇਂ ਹੁੰਦਾ ਜਿਵੇਂ ਹਵਾ ਦੇ ਉਲਟੇ ਰੁੱਖ ਵੱਲ ਨੂੰ ਜਾਣਾ, ਜਿੱਧਰੋਂ ਹਵਾ ਆ ਰਹੀ ਉਹਦੇ ਪਾਸਿਓਂ ਦੂਜੇ ਪਾਸੇ ਨੂੰ ਜਾਣਾ, ਹਵਾ ਦੇ ਨਾਲ ਨਹੀਂ ਚੱਲਣਾ। ਪਾਣੀ ਦੇ ਵਹਾਅ ਤੋਂ ਉਲਟਾ ਤਰਨਾ ਇੰਨਾ ਔਖਾ ਹੁੰਦਾ। ਜਿੱਧਰ ਨੂੰ ਪਾਣੀ ਦਾ ਵਹਾਅ ਵਹਿ ਰਿਹਾ ਉੱਧਰ ਨੂੰ ਤਰਨਾ ਤਾਂ ਬਹੁਤ ਸੌਖਾ ਹੈ। ਉਹ ਤੁਹਾਨੂੰ ਜ਼ਿਆਦਾ ਮਿਹਨਤ ਕਰਨੀ ਨਹੀਂ ਪੈਣੀ, ਸਿਰਫ ਆਪਣੇ ਆਪ ਨੂੰ ਪਾਣੀ ਦੇ ਉੱਪਰ ਰੱਖਣਾ। ਪਰ ਜੇ ਪਾਣੀ ਦੇ ਉਲਟੇ ਪਾਸੇ ਚੱਲਣਾ ਤਾਂ ਤਾਕਤ ਵਾਲੀ ਲੱਗਦੀ ਹੈ, ਬਹੁਤ ਜ਼ੋਰ, ਔਖਾ ਕੰਮ ਹੈ। ਅਤੇ ਇਹ ਸੱਚ ਬੋਲਣਾ ਵੀ ਅਜਿਹਾ ਹੀ ਹੈ। ਸਤਿਗੁਰਾਂ ਉਹ ਸੱਚ ਬੋਲਿਆ ਅਤੇ ਇਸੇ ਕਰਕੇ ਸਤਿਗੁਰਾਂ ਨੂੰ ਕੈਦ ਕਰਕੇ ਤਸੀਹੇ ਦੇ ਕੇ ਉੱਥੇ ਸ਼ਹੀਦ ਕੀਤਾ ਗਿਆ। ਫਿਰ ਬੜੀਆਂ ਕਹਾਣੀਆਂ ਨੇ ਕਿ ਉਹਨਾਂ ਨੇ ਆਖਰੀ ਇੱਛਾ ਪੁੱਛੀ,
आखिरी इच्छा कौन पुछदा है? वो तो जुल्म कर रहे सन। गुरु पातशाह नूं असल गल जिहड़ी है वो तुहानूं किते लिखी मिले जां ना मिले, जदों निढाल हो गए, ये डर दे मारे भी किते गलती नाल इत्थे कैद दे विच शहीद हो गए, मर गए, तो लोकां विच हाहाकार मचनी है। उन्होंने जिहड़ा है नदी वाला जिहड़ा इशनान करन वाला, उन्होंने रावी दे विच इशनान करन वाली कहानी कोलों पढ़ी तां गुरु साहब दे शरीर नूं रावी दे पेट कीता। कहानी लिखण वालियां ने बाद च लिखी। कवि संतोख सिंह दा बहुत गप्पा मारदा, वो तां इन्नियां गप्पां मारदा जिहदा कोई हद बन्ना नहीं है। अज जिहड़ी असीं मुख गल करनी है वो कवि संतोख सिंह दी ही करनी है कि वो किवें हर साडी दुविधा दी, हर साडी मुश्किल दी, हर साडी मनमत दी, हर साडी गुरमत दे विरोधी गल दी जड़ कित्थे है, वो सारी जड़ ये सूरज प्रकाश ग्रंथ विच लगी हुई है। हाँ, ये जुदी गल है कि साडे विद्वानां नूं, साडे प्रचारकां नूं वो गल्लां जां तां दिसदियां ने जां वो इग्नोर करदे ने, वो पासा वड़दे ने, क्योंकि रोजी रोटी का साधन है। आओ तुहानूं अज ये वीडियो बनाउण दा सबब किदां बनिया वो तुहानूं दस दईए। एक पोस्ट चल रही है, बहुत WhatsApp ते पोस्ट आ रही है कि छबील दा आधार की है, छबील किवें शुरू होई। उस दे संबंध विच पोस्ट इन्नी ज़्यादा लखां लोगों ने शेयर करती है। हर सिख जिहदे कोल आउंदा वो पोस्ट नूं गाहां भेज दिंदा, अगला सिख गाहां भेज दिंदा। वो ऐ सोचदे सिख जिवें असीं बहुत वड्डी खोज कर लई हुंदी है, जिहड़ी अज तक किसी विद्वान नूं पता नहीं सी। आ साडे हत्थ लगी आ, लै हुण असीं लोकां नूं दसदे हां ਇਹ छबील किदां शुरू होई। आओ जाणीए पोस्ट विच की लिखिया होया कि जदों तसीहे देण तो बाद पंचम पातशाह जी नूं जेल विच सुट दिता तां फिर की होया, रात दे समय चंदू दी घरवाली, चंदू दा पुत्तर करमचंद ते करमचंद दे घरवाली, ये तीनों जाने पंचम पातशाह जी नूं जेल विच मिलण जांदे आ। जिहड़े पहरेदार ने वो अंदर जाण तो रोकदे हन। तां चंदू दे घरवाली ते उहदी नूंह अपने गहने ला के उन्हां सिपाहियां नूं ब्राइब करदी है, वड्डी दिंदी है, दिंदे हन। तां फिर अंदर चले जांदे हन। जदों अंदर जांदे हन तां ये अपने जाण लगे नाल कुछ भोजन ते शरबत लैके गए सी। वो भोजन ते शरबत गुरु साहब नूं दिंदे हन भी भोजन छक लो, शरबत पी लो, बहुत गर्मी है। तो गुरु साहब अगों कहिंदे ने कि मैं चंदू दे घर दा कुछ नहीं जे खाना। मैं ये अपने आप नाल वादा कीता है कि चंदू दे घर दा कुछ नहीं खाना। तो चंदू दे घर वाली कहंदी है कि असीं तां ये सुनिया सी गुरु नानक दे घर विच हर बंदे नूं बराबर समझिया जांदा, हर बंदे दी इज्जत हुंदी है, पर साडे नाल तां जग्गों 13वीं हो रही है क्योंकि तुसीं साडा ये भेटा प्रवान नहीं कर रहे। उस वेले पंचम पातशाह दे मुख चों ये कढवाया गया, ये पोस्ट के अनुसार दस रहा, पंचम पातशाह के मुख चों ये कढवाया गया कि भावें तुहाडा जल हुण मैं नहीं छक रहा, पर समा पा के ये जिहड़ी छबील है ये हर थां, हर गुरुद्वारे, हर जगह लगेगी। तुहाडे नां दी छबील भाव जिहड़ी जड़ तुसीं लाई है, आ शरबत लैके आए हो, ये हर गुरुद्वारे च शहीदी पुरब ते ये छबील लग्या करेगी। ए जिहड़ी जड़ आ पोस्ट चल रही है। अगे सुनो, अगे की है, उहदी नूंह कहंदी है कि सतगुरु जी मैं जीउणा नहीं चाहुंदी, क्योंकि मैं नहीं चाहुंदी कि मैनू बाद विच कोई ये मिहणा मारे कि चंदू दी नूंह जांदी है जिसने पंचम पातशाह नूं शहीद किया, मैं मरना चाहुंदी। ते पंचम पातशाह ने कहा ठीक है तू तैयारी कर धीए, तैनूं नाल ही लैके जावांगे। भाव उसने भी पंचम पातशाह दे नाल ही शरीर त्याग दिता। हुण इस पोस्ट का असीं थोड़ा जिहा विश्लेषण कर लईए। विश्लेषण ये है
कि इस पोस्ट की जड़ मैं क्यों कहना कि सूरज प्रकाश ग्रंथ विच है, कि सूरज प्रकाश ग्रंथ विच तिन्नां दा जिक्र नहीं है, उत्थे चंदू की नूंह का जिक्र है कली का। मतलब बीज ला देता ना, एक बार दाखला मिल गया परिवार के एक बंदे नूं, एक बंदे की वडियाई हो गई, नाल अगे जोड़न वाले आपे जोड़ देंदे आ। उत्थे चंदू की नूंह अपने गहने दे के अंदर जाती है, वो शरबत लैके जाती है, पर गुरु साहब उसनों इनकार कर देंदे आ। सूरज प्रकाश ग्रंथ से इन्ना ही लिखिया, अगे नहीं लिखिया भी अगे छबील लगेगी नहीं लगेगी। उन्होंने जड़ ला दी भी चंदू के घर विचों नेक दिल औरत चंदू की नूंह वो शरबत लैके गई सी, वो शरबत तो ही अगे अज छबील जड़ी बनी है। उन्हें इन्ना लिखिया नहीं, शरबत लैके गई, गुरु साहब ने नहीं पीता, इन्ना ही लिखिया उत्थे, पर जड़ ला दी, तुहानूं इशारा कर दिता भी अगे कहानी तुसीं आप बना लो। ਇਹ ਜਿਹੜੀ इस लिखारी की शैतानी है कि ਜਿਹੜੇ साडे ਜ਼ਾਲਮ सन ਉਹਨਾਂ ਨੂੰ इसने हीरो बनाने ਦੇ तरीका ਕਿਹੜੇ ਲੱਭੇ ने कि भाई ਉਹ ਤਾਂ ठीक है, ਇੱਦਾਂ ਦਾ ਸੀ, ਉਹਦੀ ਘਰ ਵਾਲੀ ਬੜੀ ਚੰਗੀ ਸੀ, ਉਹਦੀ ਨੂੰਹ ਬੜੀ ਚੰਗੀ ਸੀ, ਉਹਦਾ ਬੇਟਾ ਬੜਾ ਚੰਗਾ ਸੀ। ਲਓ ਬੇਟੇ ਦੀ ਕਹਾਣੀ ਸੁਣ ਲਓ। ਜਿਹੜਾ ਗੁਰੂ ਹਰਗੋਬਿੰਦ ਸਾਹਿਬ ਨੇ ਸ਼੍ਰੀ ਹਰਗੋਬਿੰਦਪੁਰੇ ਜੰਗ ਲੜਿਆ ਨਾ, ਉਹਦੇ ਵਿੱਚ ਮੇਨ ਰੋਲ ਇਹ ਕਰਮ ਸਿੰਘ ਦਾ ਸੀ, ਕਰਮਚੰਦ ਦਾ ਸੀ, ਜਿਹੜਾ ਚੰਦੂ ਦਾ ਲੜਕਾ ਸੀ, ਜਿਹਨੂੰ ਇਹ ਪੋਸਟ ਵਾਲੇ ਕਹਿ ਰਹੇ ਨੇ ਕਿ ਉਹ ਗੁਰੂ ਦਾ ਦੀ ਸੇਵਾ ਲਈ ਗਿਆ ਸੀ, ਨਾਲ ਮਾਂ ਦੇ ਛਬੀਲ ਲੈ ਕੇ ਤੇ ਖਾਣਾ ਲੈ ਕੇ। ਇਹ ਬੰਦਾ ਜੰਗ ਦੇ ਵਿੱਚ ਉੱਥੇ ਗੁਰੂ ਹਰਗੋਬਿੰਦ ਸਾਹਿਬ ਨਾਲ ਇਸਨੇ ਜੰਗ ਕੀਤੀ ਸੀ, ਫੌਜਾਂ ਇਹ ਚੜ੍ਹਾ ਕੇ ਲੈ ਕੇ ਆਏ। ਪੈਂਦੇ ਖਾਂ ਇਹ ਸਾਰੇ ਬੰਦੇ ਰਲ ਮਿਲ ਕੇ ਇਹਨਾਂ ਨੇ ਪੈਂਦੇ ਖਾਂ ਕਰਤਾਰਪੁਰ ਦਾ ਜੰਗ ਹੋਇਆ, ਇਹ ਜਿਹੜੀਆਂ ਫੌਜਾਂ ਇੱਥੇ ਲੈ ਕੇ ਆਇਆ, ਇਹ ਮੇਨ ਬੰਦਾ ਇਹ ਸੀ ਕਰਮਚੰਦ, ਜਿਹੜਾ ਸਾਰੇ ਜਲੰਧਰ ਦੇ ਜਿਹੜਾ ਨਵਾਬ ਸੀ ਉਹਦੇ ਨਾਲ ਰਲ ਕੇ ਸਾਰੀਆਂ ਫੌਜਾਂ ਲੈ ਕੇ ਲੜਾਈ ਕੀਤੀ। ਉੱਥੇ ਗੁਰੂ ਹਰਗੋਬਿੰਦ ਸਾਹਿਬ ਨੇ ਇੱਕ ਵਾਰ ਇਹਨੂੰ ਛੱਡ ਵੀ ਦਿੱਤਾ, ਦੁਬਾਰਾ ਫਿਰ ਲੜਨ ਆਇਆ, ਫਿਰ ਉੱਥੇ ਇਹ ਮਾਰਿਆ ਗਿਆ। ਜੇ ਗੁਰੂ ਘਰ ਦਾ ਇਹ ਉਪਾਸ਼ਕ ਸੀ, ਗੁਰੂ ਘਰ ਦਾ ਇਹ ਸਾਥੀ ਸੀ, ਤਾਂ ਫਿਰ ਕਿਵੇਂ ਇਹ ਕਰਮਚੰਦ ਉੱਥੇ ਗੁਰੂ ਹਰਗੋਬਿੰਦ ਸਾਹਿਬ ਨਾਲ ਲੜਨ ਆ ਗਿਆ। ਭਾਵ ਅਸਲ ਵਿੱਚ ਸਾਨੂੰ ਜਿਹੜਾ ਡੂੰਘਾਈ 'ਚ ਜਾਣਨਾ ਚਾਹੋਗੇ ਤੇ ਉਹ ਅਹਿਲਕਾਰ ਲੋਕ ਸਨ, ਵੱਡੇ ਲੋਕ ਸਨ, ਉਹਨਾਂ ਦੇ ਅੱਗੇ ਪਰਿਵਾਰ ਅੱਜ ਵੀ ਹੋ ਸਕਦਾ ਰਾਜ ਗੱਦੀ 'ਤੇ ਬੈਠੇ ਹੋਣ। ਉਹਨਾਂ ਲਈ ਕਹਾਣੀਆਂ ਬਣਾਉਣੀਆਂ ਕੋਈ ਔਖੀਆਂ ਨਹੀਂ, ਬਹੁਤ ਕੁਝ ਸਾਧਨ ਨੇ। ਸਿੱਖੋ ਸਮਝ ਜਾਓ, ਐਸੀਆਂ ਪੋਸਟਾਂ ਨੂੰ ਐਵੇਂ ਸਰਕੂਲੇਟ ਨਾ ਕਰੀ ਜਾਓ। ਥੋੜ੍ਹੀ ਖੋਜ ਵਿਚਾਰ ਕਰ ਲਓ ਵੀ ਇਹ ਕਿੱਥੋਂ ਆਈ ਹੈ, ਇਹਦਾ ਮਤਲਬ ਕੀ ਹੈ। ਹੁਣ ਤੁਸੀਂ ਮੈਨੂੰ ਇੱਕ ਸਵਾਲ ਕਰੋਗੇ ਵੀ ਜੇ ਇਹ ਗੱਲ ਸੱਚੀ ਨਹੀਂ ਤਾਂ ਛਬੀਲ ਲੱਗਣੀ ਸ਼ੁਰੂ ਕਿੱਦਾਂ ਹੋਈ। ਹੁਣ ਜਿਹੜੀ ਮੈਂ ਗੱਲ ਕਰਨ ਜਾ ਰਿਹਾ ਇਹ ਕਿਤੇ ਲਿਖੀ ਹੋਈ ਨਹੀਂ ਹੈ, ਇਹ ਮੈਂ ਆਪਣੇ ਵਿਚਾਰ ਪ੍ਰਗਟ ਕਰ ਰਿਹਾ। ਜੇ ਤੁਹਾਨੂੰ ਚੰਗੇ ਲੱਗਣ ਇਹਨਾਂ ਨੂੰ ਰੱਖ ਲਿਓ, ਮਾੜੇ ਲੱਗਣ ਰੱਦ ਕਰ ਦਿਓ। ਹੁਣ ਤੱਕ ਜਿਹੜੀਆਂ ਮੈਂ ਗੱਲਾਂ ਕਰਦਾ ਨਾ, ਫਲਾਨੀ ਜਗ੍ਹਾ ਲਿਖਿਆ, ਫਲਾਨੀ ਜਗ੍ਹਾ ਲਿਖਿਆ, ਅੱਜ ਜਿਹੜੀ ਚੰਦੂ ਦੀ ਨੂੰਹ ਵਾਲੀ ਗੱਲ ਮੈਂ ਸੂਰਜ ਪ੍ਰਕਾਸ਼ ਗ੍ਰੰਥ 'ਚੋਂ ਕੀਤੀ ਹੈ। ਇਹ ਸੂਰਜ ਪ੍ਰਕਾਸ਼ ਗ੍ਰੰਥ ਦਾ ਜਿਹੜਾ ਚੌਥਾ ਭਾਗ ਹੈ, ਉਹਦੇ ਵਿੱਚ ਸਫਾ ਨੰਬਰ ਜਿਹੜਾ 1000 ਤੇ 1012 ਦੇ ਉੱਤੇ ਇਹ ਕਹਾਣੀ ਲਿਖੀ ਹੋਈ ਹੈ। ਜੇ ਕਿਸੇ ਨੇ ਚੰਦੂ ਦੀ ਨੂੰਹ ਵਾਲੀ ਪੜ੍ਹਨੀ ਹੋਵੇ ਉੱਥੋਂ ਪੜ੍ਹ ਸਕਦਾ। ਇਹ ਮੈਂ ਆਪਣੇ ਕੋਲੋਂ ਨਹੀਂ ਕਹੀ, ਪਰ ਜਿਹੜੀ ਗੱਲ ਮੈਂ ਹੁਣ ਕਰਨ ਜਾ ਰਿਹਾ ਉਹ ਮੈਂ ਆਪਣੇ ਕੋਲੋਂ ਕਰਨ ਜਾ ਰਿਹਾ। ਮੈਂ ਇੰਝ ਸੋਚਦਾ, ਬਾਕੀ ਜੇ ਤੁਹਾਨੂੰ ਕੋਈ ਮਾੜੀ ਲੱਗੇ ਛੱਡ ਦਿਓ, ਚੰਗੀ ਲੱਗੇ ਰੱਖ ਲਿਓ। ਛਬੀਲ ਲੱਗਣੀ ਕਿੱਦਾਂ ਸ਼ੁਰੂ ਹੋਈ? ਕਿਉਂਕਿ ਪੰਚਮ ਪਾਤਸ਼ਾਹ ਦੀ ਸ਼ਹੀਦੀ ਲਾਹੌਰ ਵਿਖੇ ਡੇਰਾ ਸਾਹਿਬ ਜਿੱਥੇ ਗੁਰਦੁਆਰਾ ਉੱਥੇ ਹੋਈ। ਸਾਡੇ ਤਕਰੀਬਨ ਸਾਰੇ ਗੁਰਪੁਰਬ ਜਿਹੜੇ ਆ ਉਹ ਸਿਆਲ ਦੇ ਵਿੱਚ ਆਉਂਦੇ ਆ। ਇਹ ਗੁਰਪੁਰਬ ਜਿਹੜਾ ਸ਼ਹੀਦੀ ਗੁਰਪੁਰਬ ਹੈ ਇਹ ਗਰਮੀਆਂ ਵਿੱਚ ਆਉਂਦਾ, ਪਰ ਗਰਮੀਆਂ ਵਿੱਚ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦਾ ਅਸੀਂ ਭਾਵੇਂ ਵਿਸਾਖ ਦਾ ਮਨਾਉਂਦੇ ਅਸੀਂ ਕੱਤਕ ਨੂੰ ਆ, ਗੁਰੂ ਗੋਬਿੰਦ ਸਿੰਘ ਦਾ ਵੀ ਅਸੀਂ ਦਸੰਬਰ 'ਚ ਮਨਾਉਂਦੇ, ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਨ, ਗੁਰੂ ਤੇਗ ਬਹਾਦਰ ਦਾ ਸ਼ਹੀਦੀ ਦਿਨ, ਜ਼ਿਆਦਾਤਰ ਜਿਹੜੇ ਵੱਡੇ ਗੁਰਪੁਰਬ ਹੈ ਅਸੀਂ ਉਹ ਮਨਾਉਂਦੇ ਹੈਗੇ ਆ ਸਿਆਲ 'ਚ। ਉਦੋਂ ਸ਼ਰਬਤ ਦੀ ਕੋਈ ਲੋੜ ਨਹੀਂ ਹੁੰਦੀ। ਪਰ ਪੰਚਮ ਪਾਤਸ਼ਾਹ ਦਾ ਜਿਹੜਾ ਗੁਰਪੁਰਬ ਹੈ ਇਹ ਸੈਂਟਰਲ ਪਲੇਸ ਲਾਹੌਰ ਡੇਰਾ ਸਾਹਿਬ ਸੀਗਾ। ਬਾਕੀ ਗੁਰਦੁਆਰਿਆਂ 'ਚ ਛੋਟੇ ਮੋਟੇ ਇਕੱਠ ਹੁੰਦੇ ਸੀ। ਸੰਗਤਾਂ ਦੂਰੋਂ ਨੇੜੋਂ ਚੱਲ ਕੇ ਆਉਂਦੀਆਂ ਸੀ। ਉਹਨਾਂ ਸਮਿਆਂ ਵਿੱਚ ਪੈਦਲ ਸੰਗਤਾਂ ਆਉਂਦੀਆਂ ਸੀ ਜਾਂ ਬੈਲ ਗੱਡੀਆਂ ਸਨ,
होर कोई साधन नहीं, ना हवाई जहाज सन, ना बसां सन, कुछ नहीं सी, ना टू व्हीलर सन, ना साइकिल भी नहीं सन। तो दूरों नेड़ों चल के आउंदियां, गर्मी का महीना जेठ हाड़, उस गर्मी के महीने दे विच सब तो जरूरी चीज़ होंदी है पानी। रोटी खुणों बंदा डंग दो डंग कढ़ जाता, पर पानी खुणों जो है कुछ मिनट कढ़ने भी औखे होंदे आ। ते पानी के साधन उदों नहीं सन, खूह विरले विरले सन, जां नदियां दे किनारे लोकी नदियां तो पानी वरतदे सन। ते संगतां दे प्यार लई, उन्हां दी सेवा लई नेड़े दे पिंडां वाले लोग जिन्हां रास्तियां तो संगतां आउंदियां सन, उत्थे खूह जोड़ लैंदे, कड़ाहे रख लैणे बड़े बड़े जिन्हां चों गुड़ कढ़दे आ, पानी उत्थे ठंडा भर के संगतां दी सेवा करनी। फिर पिंडां विचों थावां तो जिहड़े लोकां कोल शक्कर लै आउणी, घर दी शक्कर हुंदी सी, ते जिहदे घर दुੱਧ लै आउणा, ਉਹ शक्कर पा के दुੱਧ पा के पानी इवें पिलाउंदे। फिर की है, थोड़ी बहुत भुख भी लगी राह दे विच, ते घर दे चने हुंदे सी। चनिਆਂ ਨੂੰ ਅੱਜ ਦੀ ਤਰ੍ਹਾਂ स्पैशल नहीं बनाउंदे होणगे, ਉਹ सिर्फ उबाल के लूण पा के, बहुत देर असीं ਉਹੀ खांदे रहे हाँ। घुंगणियां ਕਹਿੰਦੇ ਸੀ ਵੀ पानी 'ਚ लूण पा देना, उबाल लैणे, ते सुੱਕੇ चने ਉਹ भावें बुक्कां 'ਚ दे दिओ, बुक्कां 'ਚ बंदा खा के ते पानी दा घुੱਟ पी के ते तसल्ली हो जाती सी। हौली हौली लोकी उत्थों देख के आए तो वो घरां 'ਚ अपने गुरुद्वारिਆਂ चंगा लगा, उन्होंने हौली हौली अपने गुरुद्वारिਆਂ जिथे प्रोग्राम हुंदा सी उत्थे भी छबील लाउणी शुरू करती। फिर गुरुद्वारे दे बाहर पानी संगतां नूं पिलाओ, ठंडा मिठा पानी पिलाओ, नाल चने, वो उत्थों लैके आए, इत्थे भी शुरू कर दिता। आखिर की होया, हौली हौली, क्योंकि असीं जिहड़ी काम कोई भी करते सिख इन्ना जोशो खरोश ना करते हैं कि असीं अग्गा पिछा भुल जाते हैं। हौली गुरुद्वारिਆਂ ਨੂੰ असीं लाते ताले, शहीदी वाले दिन असीं सड़कों ते निकल गए। उस दिन खूब सानू इदां चा चढ़िया हुंदा जिद्दां कि रूह हफ्ते आ गए, नवे नवे शरबत आ गए। असीं उत्थे लखां करोड़ां रुपए दा उस दिन असीं कान करते हैं धर्म के नाँ ते। इत्थे तो चलो ठीक है, जे गर्मी है तो जल छक लिया, किसी की सेवा मान लो भी हो गई है, पर इस चीज़ को असीं एक रस्म बना लिया। रस्म बना के की कि सर्विस दौरान सारे देश में घूमण का मौका मिलिया, ऐसी जगह जिथे अज के दिनों च मीह पैंदा, बहुत जोर नाल ठंड हुंदी है, उत्थे भी साडे खालसे अपना छबील ला के बह जाते। एक जगह ऐसी होई, उत्थे गए, कहंदे जी छबील लाउणी आ, रोज़ मीह पैंदा सी। असीं कहा भी छबील का कोई फायदा नहीं है, जरूरी हुंदा। वड्डा सारा टप एक पानी का घोल लिया, दुੱਧ पा लिया, पर पीवे किहड़ा? सिख तां विरला विरला, उत्थे गिणती दे 50-100 होणगे, वो भी अपनियां ड्यूटियां दे छुट्टी तो इस दिन हुंदी नहीं, वो सारा टप डोलिया। एक होर जगह गए, उत्थे असीं सलाह कीती भी छबील ना लाइए, आपां उदों लंगर बना लैने, गुरुद्वारे सत्संग करांगे, प्रोग्राम कथा विचार करांगे। छबील दे नाल लोकी इन्ने ज़्यादा जुड़ गए, बीबियां कहिंदियां साथे धुप्प दे विच रोटी नहीं पकदी, मतलब छबील लानी है, भावें दुनिया इधर दी इधर हो जाए, यह तो साडा सगन जरूर करना। खैर, जदों एक बंदा, 2 बंदे मना करन वाले होण, 100 बंदा करन वाला होवे, तुसीं रोक नहीं सकते, सिर्फ दस सकते हो। परमात्मा की करनी ऐसी होई, 2 सिल्लियां बर्फ दियां पहलें बुक करतियां, वो सुट गए। सवेर तो मीह पैना शुरू होया, तो सब कुछ छबील सब कुछ उवें ही बर्बाद। भाव की है, असी इसनूं एक रस्म बना लिया कि अज शहीदी दिन है, छबील लगनी है, वो शहीदी दिन नाल छबील नूं जोड़ दिता, जद कि ऐसा कुछ भी नहीं है। हुण तुहानूं एक समाजिक वरतारे चों उदाहरण दिन्ने आ। अज तो कोई 40-50 साल पहलां पिंडां विच जिहड़े विआह हुंदे सी, वो सारे ही हाड़ी दी फसल चक के हुंदे सी, भावें वो जिमीदार दा होवे, किसी कामी दा होवे, किसी होर काम करन वाले दा होवे, क्योंकि उदों कोई नौकरियां दे होर साधन नहीं सन, कमाई दा साधन सिर्फ खेती सी। वो हाड़ी दी फसल तो 4 पैसे घर आउंदे सी। सारे विआह शादियां वड्डे फंक्शन गर्मियां नूं ही हुंदे सन, ते विआह शादियां दे विच पहला काम हुंदा सी आए नूं पानी पिलाउणा, शरबत शक्कर वाला। चाह तो बहुत बाद च ज़्यादा शुरू हुई है, नहीं तो पानी पिलाउणा हुंदा सी। पर हुण अजकल विआह सारे तकरीबन पंजाब च सियाल नूं हुंदे आ। हुण जे वो रसम नूं फड़ के बैठ जाए कि विआह दे विच शरबत जरूर पिलाउणा, उधर तो बर्फ पई होवे, ठंड होवे,
ਉਧਰ ਸ਼ਰਬਤ ਦਾ ਸ਼ਗਨ ਕਰਨ ਲੱਗ ਜਾਈਏ, ਕੀ ਇਹ ਯੋਗ ਹੈ? ਭਾਵ ਜੋ ਲੋੜੀਂਦੀ ਵਸਤੂ ਹੈ ਉੱਥੇ ਉਹੀ ਚੱਲਦੀ ਹੈ। ਭਾਈ ਇਹ ਸ਼ਗਨ ਜਾਂ ਕੋਈ ਵਹਿਮ ਨਹੀਂ ਹੈ, ਜੋ ਲੋੜ ਹੈ ਸਮੇਂ ਦੀ ਉਸ ਅਨੁਸਾਰ ਚੱਲਣਾ ਹੈ। ਸਮੇਂ ਦੀ ਲੋੜ ਕਰਕੇ ਛਬੀਲ ਸ਼ੁਰੂ ਹੋਈ ਸੀ, ਪਰ ਉਹ ਜਿੱਥੇ ਲੋੜੀਂਦੀ ਹੈ ਉੱਥੇ ਸ਼ਰਬਤ ਬਣਾਓ, ਠੰਡਾ ਪਾਣੀ ਪੀਓ, ਜੋ ਮਰਜ਼ੀ ਕਰੋ, ਪਰ ਉਸ ਨੂੰ ਇੱਕ ਸ਼ਗਨ ਬਣ ਕੇ, ਇੱਕ ਰਸਮ ਬਣਾ ਕੇ ਅਸੀਂ ਆਪਣੇ ਨਾਲ ਗੰਢ ਲਿਆ, ਇਹ ਮੇਰਾ ਖਿਆਲ ਯੋਗ ਨਹੀਂ। ਆ ਜਿਹੜੀਆਂ ਗੱਲਾਂ ਬਾਅਦ ਵਿੱਚ ਮੈਂ ਕੀਤੀਆਂ, ਇਹ ਕਿਸੇ ਗ੍ਰੰਥ ਵਿੱਚ ਨਹੀਂ ਲਿਖੀਆਂ ਹੋਈਆਂ। ਇਸ ਕਰਕੇ ਜੇ ਨਾ ਚੰਗੀਆਂ ਲੱਗਣ ਰੱਦ ਕਰ ਲਿਓ, ਜੇ ਚੰਗੀਆਂ ਲੱਗਣ ਰੱਖ ਲਿਓ। ਅੱਜ ਦੀ ਵਿਚਾਰ ਅਸੀਂ ਇੰਨੀ ਕਰਨੀ ਹੈ। ਮੈਂ ਇਹੀ ਦੱਸਣਾ ਚਾਹੁੰਦਾ, ਸਾਡੀ ਹਰ ਮਨਮਤ ਦੀ ਜੜ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਲੱਗੀ ਹੋਈ ਹੈ। ਜੇਕਰ ਉਸ ਨੂੰ ਗੌਰ ਨਾਲ ਪੜ੍ਹੋਗੇ ਤੁਹਾਨੂੰ ਸਮਝ ਆ ਜਾਏਗੀ ਕਿ ਜਿੰਨੇ ਘੁੰਮਣ ਘੇਰੀਆਂ ਭੁੱਲ ਭੁਲੇਖਿਆਂ ਵਿੱਚ ਅਸੀਂ ਪਏ ਹੋਏ ਹਾਂ, ਉਸ ਸਾਰੇ ਦਾ ਕਾਰਨ ਸੂਰਜ ਪ੍ਰਕਾਸ਼ ਗ੍ਰੰਥ ਕਵੀ ਸੰਤੋਖ ਸਿੰਘ ਦਾ ਲਿਖਿਆ ਹੋਇਆ ਹੈ। ਹੋਰ ਤੁਹਾਨੂੰ ਮੈਂ ਦੱਸ ਦੇਵਾਂ, ਕਵੀ ਸੰਤੋਖ ਸਿੰਘ ਨੇ ਇਹ ਜਿਹੜਾ ਗ੍ਰੰਥ ਲਿਖਿਆ ਹੈ, ਇਸ ਦਾ ਕੋਈ ਲਿਖਤੀ ਆਧਾਰ ਨਹੀਂ ਦੱਸ ਰਿਹਾ, ਸਭ ਹਵਾਈ ਗੱਲਾਂ ਨੇ। ਕਿਉਂਕਿ ਗ੍ਰੰਥ ਇਸ ਨੇ ਲਿਖਿਆ ਸਨ 1843 'ਚ ਕੰਪਲੀਟ ਕੀਤਾ, ਅਤੇ ਪੰਚਮ ਪਾਤਸ਼ਾਹ ਦੀ ਸ਼ਹੀਦੀ ਹੁੰਦੀ ਹੈ 1606 ਈਸਵੀ ਵਿੱਚ। ਕੋਈ 237 ਸਾਲ ਬਾਅਦ ਵਿੱਚ ਇਹ ਗ੍ਰੰਥ ਲਿਖ ਰਿਹਾ, ਬਿਨਾਂ ਕਿਸੇ ਲਿਖਤੀ ਪ੍ਰੂਫ ਤੋਂ। ਪਰ ਅਸੀਂ ਹਾਂ ਕਿ ਅਸੀਂ ਉਸ ਨੂੰ ਪੱਥਰ 'ਤੇ ਲਕੀਰ ਮੰਨ ਲਿਆ। ਗੁਰਬਾਣੀ ਨੂੰ ਅਸੀਂ ਧਿਆਨ ਨਹੀਂ ਦਿੰਦੇ, ਪਰ ਸੰਤੋਖ ਸਿੰਘ ਦੀ ਲਿਖਤ ਕੋਈ ਸਾਡੇ ਕੋਲੋਂ ਵਿਸਰ ਨਾ ਜਾਵੇ, ਰਹਿ ਨਾ ਜਾਵੇ, ਇੰਨਾ ਅਸੀਂ ਧਿਆਨ ਰੱਖਦੇ ਹਾਂ। ਜਦੋਂ ਤੱਕ ਇਸ ਗ੍ਰੰਥ ਨੂੰ ਇਵੇਂ ਹੀ ਅਸੀਂ ਉੱਪਰ ਸਿਰ 'ਤੇ ਚੁੱਕੀ ਫਿਰਾਂਗੇ, ਭਾਈ ਜਿੰਨਾ ਮਰਜ਼ੀ ਗੁਰਮਤਿ ਦਾ ਪ੍ਰਚਾਰ ਕਰ ਲਓ, ਹੋਣਾ ਕੁਝ ਨਹੀਂ, ਤਰੱਕੀ ਪ੍ਰਾਪਤੀ ਕੁਝ ਨਹੀਂ ਹੋਣੀ। ਉੱਥੇ ਹੀ ਚੱਪੂ ਲਾਉਂਦੇ ਰਹੋਗੇ, ਰੱਸਾ ਕਿਨਾਰੇ ਬੇੜੀ ਦਾ ਵੱਜਾ ਹੋਇਆ, ਅੱਗੇ ਨਹੀਂ ਇਹ ਚੱਲ ਸਕਣਾ। ਅਤੇ ਇਹ ਹੈ ਛਬੀਲ ਦਾ ਇਤਿਹਾਸ, ਜੋ ਥੋੜ੍ਹਾ ਬਹੁਤ ਸਮਝ ਹੈ ਉਹ ਦੱਸਿਆ, ਅਤੇ ਬਾਕੀ ਅੱਗੇ ਸੰਗਤਾਂ ਦੀ ਮਰਜ਼ੀ ਹੈ ਕਿਵੇਂ ਕਰਨਾ ਕਿਵੇਂ ਨਹੀਂ ਕਰਨਾ। ਆਓ ਇੱਥੇ ਅਸੀਂ ਇਸ ਵੀਡੀਓ ਨੂੰ ਸਮਾਪਤ ਕਰਦੇ ਹਾਂ। ਭੁੱਲਾਂ ਚੁੱਕਾਂ ਦੀ ਮਾफ़ੀ। ਆਓ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।